अस्सलाम वालेकुम गाइस। अच्छा, ਇਹ ਵਾਲਾ ਫ੍ਰੀਜ਼ਰ ਮੇਰੇ ਕੋਲ ਆਇਆ ਹੈ। ਇਹਦਾ ਨਾਂ ਅੰਦਰੋਂ ਵੈਪੋਰੇਟਰ ਲੀਕ ਹੈ। ਵੈਪੋਰੇਟਰ ਯਾਨੀ ਕਿ ਇਹਦਾ ਕੂਲਿੰਗ ਕੋਇਲ ਜਿਹੜਾ ਵੇ ਨਾ ਮੁਕੰਮਲ ਲੀਕ ਕਰ ਗਿਆ ਵੇ। ਤੇ ਇਹਦਾ ਜਿਹੜਾ ਮੁਤਬਾਦਲ ਹੱਲ ਹੈ ਨਾ, ਅਗਰ ਅਸੀਂ ਇਸ ਡੀਪ ਫ੍ਰੀਜ਼ਰ ਨੂੰ ਵੇਖੀਏ ਤੇ ਅਗਰ ਇਹ ਕੂਲਿੰਗ ਕੋਇਲ ਇਹਦਾ ਡੈਡ ਹੋ ਗਿਆ ਤਾਂ ਇੱਕ ਆਪਸ਼ਨ ਇਹ ਹੁੰਦਾ ਹੈ ਕਿ ਇਹਦਾ ਲਾਈਨਰ ਇਹ ਵਾਲਾ ਉੱਪਰ ਵਾਲਾ ਸਾਰਾ ਪੁੱਟ ਕੇ, ਜਿੰਨਾ ਵੀ ਇਹ ਸਾਰਾ ਕਿਰਾਏ ਦਾ ਬਣਿਆ ਸਾਰਾ ਲਾਈਨਰ ਇਹਦਾ ਪੁੱਟ ਕੇ ਇਹਦਾ ਸ਼ੀਟ ਨੂੰ ਪਿੱਛੇ ਹਟਾ ਕੇ ਇਹਨੂੰ ਪ੍ਰੈਸ਼ਰ ਦੇ ਕੇ ਇਹਦੇ ਵਿੱਚ ਪਾਣੀ ਭਰਾਂਗੇ। ਠੀਕ ਹੈ, ਪਾਣੀ ਭਰ ਕੇ ਇਹਦੀ ਫੇਰ ਲੀਕੀ ਚੈੱਕ ਹੋਵੇਗੀ ਤੇ ਫਿਰ ਉਹਦੇ ਨਾਲ ਕੀ ਹੋਵੇਗਾ ਕਿ ਜਦੋਂ ਦੁਬਾਰਾ ਅਸੀਂ ਇਹਦੇ ਲਾਈਨਰ ਨੂੰ ਸ਼ੀਟ ਨੂੰ ਲਗਾ ਕੇ ਵਾਪਸ ਇਹ ਸ਼ੀਟ ਸਿਲਵਰ ਦੀ ਜਿਹੜੀ ਇਹਨੂੰ ਵਾਪਸ ਲਗਾਉਂਦੇ ਆ ਲੀਕੇਜ ਬੰਦ ਕਰਕੇ, ਜਿਸ ਤਰ੍ਹਾਂ ਹੁਣ ਇਹਦੀ ਲੀਕ ਹੈ ਸ਼ੀਟ ਨਜ਼ਰ ਆ ਰਹੀ ਹੈ ਨਾ ਮੁਕੰਮਲ ਪ੍ਰੈਸ ਹੋਈ ਨਾਲ, ਤੇ ਇਸ ਤਰ੍ਹਾਂ ਫਿਰ ਇਹਦੀ ਦੁਬਾਰਾ ਸ਼ੀਟ ਪ੍ਰੈਸ ਨਹੀਂ ਹੁੰਦੀ ਹੈ। ਉਹ ਕਿਧਰੋਂ ਨਾ ਕਿਧਰੋਂ ਕੁੱਬ ਪੈ ਜਾਂਦਾ ਹੈ, ਗੈਪ ਬਣ ਜਾਂਦੀ ਹੈ, ਡਿੰਗਾ ਹੋ ਜਾਂਦਾ ਤੇ ਉਹ ਸੋਹਣਾ ਨਹੀਂ ਲੱਗਦਾ। ਤੇ ਹੁਣ ਜਿਹੜਾ ਵੇ ਇਹਦਾ ਮੁਤਬਾਦਲ ਹੱਲ ਮੈਂ ਇਸ ਤੋਂ ਪਹਿਲਾਂ ਵੀ ਤਕਰੀਬਨ ਕਾਫੀ ਸਾਰੇ ਡੀਪ ਫ੍ਰੀਜ਼ਰਾਂ ਨੂੰ ਇਸ ਤਰ੍ਹਾਂ ਇਹ ਕੁਲੀਆ ਅਪਣਾਇਆ ਕਿ ਅਲਹਮਦੁਲਿਲਾ ਜਿਹੜਾ ਇਹ ਕੁਲੀਆ ਵੇ 100% ਕੰਮ ਕਰਦਾ ਵੇ। ਤੇ ਹੁਣ ਦੁਬਾਰਾ ਅਗਰ ਤੁਸੀਂ ਇਹ ਵਾਲੀ ਇਹਦੀ ਵੀਡੀਓ ਨਹੀਂ ਦੇਖੀ ਜਿਸ ਤਰ੍ਹਾਂ ਦੀ ਮੈਂ ਪਹਿਲਾਂ ਇਹ ਡੀਪ ਫ੍ਰੀਜ਼ਰ ਨਾਲ ਕੰਮ ਕੀਤਾ, ਤਾਂ ਮੇਰੇ ਚੈਨਲ 'ਤੇ ਵੀਡੀਓ ਮੌਜੂਦ ਹੈ। ਤੁਸੀਂ ਮੇਰੇ ਚੈਨਲ 'ਤੇ ਵਿਜ਼ਿਟ ਕਰੋ, ਉੱਥੋਂ ਜਾ ਕੇ ਮੁਕੰਮਲ ਤੁਸੀਂ ਵੀਡੀਓ ਵਾਚ ਕਰੋ, ਦੇਖੋ ਕਿਸ ਤਰ੍ਹਾਂ ਮੈਂ ਪਹਿਲੇ ਫ੍ਰੀਜ਼ਰ ਦਾ ਕੰਮ ਕੀਤਾ। ਉਹ ਅਲਹਮਦੁਲਿਲਾ 100% ਓਕੇ ਚੱਲਦਾ ਹੈ ਪਿਆ। ਤੇ ਉਸ ਤੋਂ ਬਾਅਦ ਹੁਣ ਕਹਿ ਲਓ ਕਿ 8ਵਾਂ ਜਾਂ 10ਵਾਂ ਫ੍ਰੀਜ਼ਰ ਹੋਵੇਗਾ ਜਿਹਨੂੰ ਮੈਂ ਇਹ ਦੁਬਾਰਾ ਇਹ ਵਾਲਾ ਕੁਲੀਆ ਕਰ ਲਗਾ। ਜਿੰਨੇ ਵੀ ਅਲਹਮਦੁਲਿਲਾ ਮੈਂ ਚਲਾਏ ਨੇ ਬਿਲਕੁਲ ਕਲੀਅਰ ਪੇ ਚੱਲਦੇ ਨੇ। ਹੁਣ ਇਹਦਾ ਜਿਹੜਾ ਵੇ ਇਹਦੇ ਵਿੱਚ ਹੁਣ ਮੈਂ ਕਰਨਾ ਕੀ ਹੈ ਕਿ ਜਿਹੜਾ ਅਸੀਂ ਫ੍ਰਿਜ ਦੇ ਵਿੱਚ ਪਲੇਟਾਂ ਲਗਾਉਂਦੇ ਹਾਂ, ਡਬਲ ਡੋਰ ਜਿਹੜੀ ਸਾਡੀ ਫ੍ਰਿਜ ਹੈ, ਟਾਵਰ ਜਿਹਨੂੰ ਅਸੀਂ ਟਾਵਰ ਫ੍ਰਿਜ ਕਹਿੰਦੇ ਆ ਜਾਂ ਦੂਸਰੀ ਫ੍ਰਿਜ ਕਹਿੰਦੇ ਆ, ਇਹ ਤੇ ਇੱਕ ਹੋ ਗਿਆ ਨਾ ਡੀਪ ਫ੍ਰੀਜ਼ਰ। ਠੀਕ ਹੈ, ਯਾਨੀ ਕਿ ਕਹਿ ਲਓ ਕਿ ਇਹ ਵਾਲੀ ਜਿਹੜੀ ਫ੍ਰਿਜ ਹੈ ਉਹ ਵਾਲੀ ਫ੍ਰਿਜ ਪਈ ਹੈ, ਉਹ ਵਾਲੀ ਫ੍ਰਿਜ, ਇਹ ਫ੍ਰਿਜਾਂ ਨੂੰ ਅਸੀਂ ਅਗਰ ਇਹਨਾਂ ਦਾ ਫ੍ਰੀਜ਼ਰ ਲੀਕ ਹੋ ਜਾਵੇ ਤੇ ਉਹਨੂੰ ਅਸੀਂ ਕੀ ਕਰਨੇ ਆ ਕਿ ਉਹਦੇ ਉੱਪਰ ਨਵੀਆਂ ਪਲੇਟਾਂ ਲਗਾ ਦਿੰਦੇ ਆ ਤੇ ਉਹਦਾ ਨਿਜ਼ਾਮ, ਉਹਦਾ ਸਰਕਟ ਸਾਰਾ ਉਹ ਨਵੀਂ ਪਲੇਟ ਦੇ ਨਾਲ ਕਨੈਕਟ ਹੋ ਜਾਂਦਾ ਹੈ, ਜੋ ਪਹਿਲੇ ਨਾਲੋਂ ਵੀ ਕੂਲਿੰਗ ਉਹਦੀ ਫਾਸਟ ਹੋ ਜਾਂਦੀ ਹੈ। ਇਹ ਫ੍ਰੀਜ਼ਰ ਦੇ ਨਾਲ ਵੀ ਅਸੀਂ ਕੁਝ ਇਸ ਤਰ੍ਹਾਂ ਹੀ ਕਰਨ ਵਾਲੇ ਆ ਕਿ ਇਹਦੇ ਵਿੱਚ ਹੁਣ ਅਸਾਂ ਪਲੇਟਾਂ ਲਗਾਵਾਂਗੇ। ਪਲੇਟਾਂ ਕਿਹੜੀਆਂ ਨੇ? ਇੱਕ ਐਵੇਂ ਛੋਟੀ ਬੂਸਟਰ ਪਲੇਟ ਲਗਾਉਣ ਨੂੰ ਅਸੀਂ ਇਹਦੀ ਬੜੀ ਪਲੇਟ ਵੀ ਲਗਾ ਸਕਦੇ ਹਾਂ, ਇਹਨੂੰ ਕੱਟ ਵੀ ਕਰ ਸਕਦੇ ਹਾਂ। ਇਹਨੂੰ ਅਗਰ ਨਾ ਵੀ ਲਗਾਈਏ ਤਾਂ ਮਸਲਾ ਕੋਈ ਨਹੀਂ, ਪਰ ਖਾਨਾ ਇਹਦਾ ਕਾਫੀ ਸਾਰਾ ਵੱਡਾ ਵੇ। ਠੀਕ ਹੈ, ਇੱਥੋਂ ਲੈ ਕੇ ਤੇ ਇਹ ਵਾਲਾ ਬਣਦਾ 20 ਇੰਚ। ਠੀਕ ਹੈ, ਇੱਥੋਂ ਲੈ ਕੇ ਤੇ ਇਹ ਵਾਲੀ ਮੈਂ ਮੈਸ਼ ਕੀਤੀ ਸੀ, ਮੈਨੂੰ ਯਾਦ ਨਹੀਂ, ਮੈਂ ਦੁਬਾਰਾ ਤੁਹਾਨੂੰ ਦਿਖਾਣਾ ਵਾ ਕਿ ਇਹ ਵਾਲੀ ਕਿੰਨੀ ਬਣਦੀ ਹੈ। ਯਾਨੀ ਕਿ ਇੱਥੋਂ ਇਹ ਦੇਖੋ, ਯਾਨੀ ਕਿ ਬਣਦੀ ਹੈ ਵੀ ਇਹਦੀ ਮੈਸ਼ 3.5 ਜਾਂ 3.5 ਹੀ ਲਗਾ ਲਓ। ਇਹ ਸਾਈਡ 3.5 ਫੁੱਟ ਬਣਦੀ ਹੈ ਤੇ 20 ਇੰਚ ਇਹ ਸਾਈਡ ਵੀ ਬਣਦੀ ਹੈ। ਉਹਨਾਂ ਸਾਈਡ ਦੀ ਪਲੇਟ ਜਿਹੜੀ ਹੈ ਨਾ ਉਹ ਲਿਆਂਦੀ ਹੈ, ਉਹ ਵੀ ਪਲੇਟ ਸਾਡੇ ਕੋਲ 2250 ਦੀ। ਠੀਕ ਹੈ, ਇਹ ਵੈਪੋਰੇਟਰ ਦਾ ਇਹ ਵਾਲਾ ਇਹ ਪਲੇਟ ਹੈ। ਇਹਨੂੰ ਅਸਾਂ ਹੁਣ ਕੀ ਕੀਤਾ ਹੈ ਸਿੰਗਲ ਪੈਂਡ ਦੇ ਵਿੱਚ, ਇੱਕ ਹੈ ਸਿੰਗਲ ਪੈਂਡ ਇਹਦਾ ਬਿਲਕੁਲ ਸਟ੍ਰੇਟ ਹੈ, ਇੱਕ ਸਾਈਡ ਬਿਲਕੁਲ ਸਿੱਧੀ ਰਹੇਗੀ। ਯਾਨੀ ਕਿ ਕਹਿ ਲਓ ਜਿਹੜੀ ਇਹ ਵਾਲੀ ਸਾਈਡ ਹੋਵੇਗੀ ਨਾ, ਇੱਥੇ ਮਾਰਕਿੰਗ ਦਾ ਨਿਸ਼ਾਨ ਨਜ਼ਰ ਆ ਰਿਹਾ ਵੀ ਇਹ ਮੇਰੇ ਬਿਲਕੁਲ ਹੱਥ ਦੇ ਸਾਹਮਣੇ ਇਹ ਮਾਰਕਿੰਗ ਇਹਦੀ। ਇਹ ਵਾਲੀ ਇੱਥੋਂ ਲੈ ਕੇ ਪਲੇਟ ਇੱਥੇ ਪਹਿਲਾ ਬੈਂਡ ਆਵੇਗਾ, ਦੂਸਰਾ ਇੱਥੇ ਲਾਸਟ ਹੋ ਜਾਵੇਗੀ। ਇੱਕ ਬੈਂਡ ਦੇ ਵਿੱਚ ਇਹ ਪਲੇਟ ਮੈਂ ਇੰਸਟਾਲ ਕਰ ਲਗਾ ਵਾਂ। ਪਲੇਟ ਦਾ ਪੈਪ ਕੁਛ ਮੈਂ ਮੂਵ ਕੀਤਾ ਹੈ ਇਸ ਤਰ੍ਹਾਂ, ਇੱਥੋਂ ਦੀ ਇਹ ਪੈਪ ਨੂੰ ਮੂਵ ਕਰ ਦਿੱਤਾ ਤਾਂ ਕਿ ਇਹ ਸਾਈਡ ਤੇ ਆਵੇਗਾ, ਅੱਗਿਓਂ ਇਹ ਸਾਈਡ ਤੇ ਬੂਸਟਰ ਪਲੇਟ ਲੱਗ ਜਾਵੇਗੀ। ਇੱਥੇ ਬੂਸਟਰ ਪਲੇਟ ਲੱਗੇਗੀ ਤੇ ਇਹਦੀ ਕੂਲਿੰਗ ਅੱਗੇ ਨਾਲੋਂ ਕਾਫੀ ਬਿਹਤਰ ਹੋ ਜਾਵੇਗੀ। ਤੁਹਾਨੂੰ ਦਿਖਾਉਣ ਦਾ ਮਕਸਦ ਬਸ ਇਹ ਵੇ ਕਿ ਜਿਹੜੇ ਭਾਈ ਕਹਿੰਦੇ ਨੇ ਕਿ ਯਾਰ ਡੀਪ ਫ੍ਰੀਜ਼ਰ ਸਾਡਾ ਲੀਕੇਜ ਹੋ ਗਿਆ, ਅੰਦਰੋਂ ਉਹਦਾ ਵੈਪੋਰੇਟਰ ਮੁਕੰਮਲ ਤੌਰ ਤੇ ਲੀਕ ਕਰ ਗਿਆ ਵੇ, ਯਾਰ ਮਕੈਨਿਕ ਭਾਈ ਨੇ ਉਹਨੇ ਬਿਲਕੁਲ ਹੀ ਇਹਨੂੰ ਕੰਡਮ ਕਰ ਦਿੱਤਾ ਹੈ, ਨਾਕਾਮ ਕਰ ਦਿੱਤਾ ਹੈ, ਕਸਾਰਾ ਕਰ ਦਿੱਤਾ ਹੈ, ਸਕ੍ਰੈਪ ਜਿਹਨੇ ਕਰ ਦਿੱਤਾ। ਉਹਨੇ ਆਖਿਆ ਯਾਰ ਇਹ ਫ੍ਰਿਜ ਸਹੀ ਹੋਣ ਵਾਲੀ ਨਹੀਂ। ਠੀਕ ਹੈ, ਉਹਦਾ ਮੁਤਬਾਦਲ ਹੱਲ ਅਸਾਂ ਇਹ ਵਾਲਾ ਕੱਢਿਆ ਵੇ। ਬਹੁਤ ਸਾਰੇ ਮਕੈਨਿਕ ਭਾਈ ਨੇ ਜਿਹੜੇ ਲਗਾਉਂਦੇ ਵੀ ਨੇ, ਉਸ ਤੋਂ ਬਾਅਦ ਮੈਂ ਵੀ ਬਹੁਤ ਸਾਰੇ ਪਲੇਟਾਂ ਨੂੰ ਮੈਂ ਲਗਾਇਆ ਵੀ ਹੈ। ਤੇ ਅੱਛੇ ਮਕੈਨਿਕ ਜਿਹੜੇ ਨੇ, ਅੱਛੇ ਕਾਰੀਗਰ ਜਿਹੜੇ ਨੇ, ਉਹ ਚੀਜ਼ ਨੂੰ ਅਗਲੇ ਦਾ ਜਿਹੜਾ ਨੁਕਸਾਨ ਨਹੀਂ ਹੋਣ ਦਿੰਦੇ ਤੇ ਉਹਦਾ ਫਾਇਦਾ ਸੋਚ ਕੇ ਨਿਜ਼ਾਮ ਚਲਾ ਦਿੰਦੇ ਨੇ। ਹੁਣ ਅਸੀਂ ਵੀ ਕੁਝ ਇਹਦੇ ਨਾਲ ਇਸ ਤਰ੍ਹਾਂ ਹੀ ਕਰਾਂਗੇ। ਇਹ ਪਲੇਟ ਇਹਦੇ ਵਿੱਚ ਇੰਸਟਾਲ ਕਰਕੇ ਇਹ ਸਾਈਡ ਤੇ ਬੂਸਟਰ ਪਲੇਟ ਲਗਾਉਂਦੇ ਆ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਲੱਗਿਆ ਇਨਵਰਟਰ ਕੰਪਰੈਸਰ। ਠੀਕ ਹੈ, ਉਹ ਵੀ ਤੁਹਾਨੂੰ ਮੈਂ ਦਿਖਾਣਾ ਵਾ ਕਿੰਨੇ ਨੰਬਰ ਹੈ। ਉਹ ਅਲਹਮਦੁਲਿਲਾ ਕਾਫੀ ਵੱਡਾ ਕੰਪਰੈਸਰ ਹੈ, 1/4 ਦਾ PCO ਵਾਲਾ ਇਨਵਰਟਰ ਕਿੱਟ ਵਾਲਾ। ਤੇ ਉਸ ਤੋਂ ਬਾਅਦ ਇਹਨੂੰ ਚਲਾ ਕੇ ਇਹਦੀ ਕੂਲਿੰਗ ਤੁਹਾਨੂੰ ਮੈਂ ਦਿਖਾਣਾ ਵਾ ਕਿ ਕਿਸ ਤਰ੍ਹਾਂ ਦੀ ਇਹਦੀ ਕੂਲਿੰਗ ਹੋਵੇਗੀ। ਕਿਆ ਜਿਸ ਤਰ੍ਹਾਂ ਦੀ ਫ੍ਰੀਜ਼ਰ ਦੇ ਵਿੱਚ ਪਹਿਲਾਂ ਸਮੋਕ ਬਣਦੀ ਹੈ ਉਸ ਤਰ੍ਹਾਂ ਦੀ ਇਹ ਪਲੇਟ ਵੀ ਸਮੋਕ ਦੇਵੇਗੀ, ਜਾਂ ਉਹਦੇ ਤੋਂ ਅਲੱਗ ਹੋਵੇ ਜਾਂ ਉਹਦੇ ਨਾਲੋਂ ਜ਼ਿਆਦਾ ਹੋਵੇ। वीडियो मुकम्मल देखते रहे जे।
ਅੱਛਾ ਜੀ, ਇਹ ਵਾਲਾ ਪਲੇਟ ਅਸਾਂ ਲਗਾ ਦਿੱਤੀ ਹੈ, ਸਿੰਗਲ ਹੀ ਪਲੇਟ ਲਗਾਈ ਹੈ। ਪਹਿਲਾਂ ਮੇਰੀ ਸਲਾਹ ਸੀ ਇਹ ਸਾਈਡ ਤੇ ਵੀ ਪਲੇਟ ਲਗਾਉਂਦਾ ਮੈਂ, ਤਾਂ ਕਿ ਇਹਦਾ ਕੂਲਿੰਗ ਦਾ ਸਾਰਾ ਪ੍ਰੋਪਰਲੀ ਇੱਕੋ ਜੈਸੀ ਕੂਲਿੰਗ ਬਣਦੀ। ਫਿਰ ਮੈਂ ਆਖਿਆ ਇੱਕ ਵੱਡੀ ਫੁੱਲ ਸਾਈਜ਼ ਦੀ ਪਲੇਟ ਹੈ ਤੇ ਇੱਕ ਇਹਦੇ ਵਿੱਚ ਇੱਕ ਹੀ ਲੱਗ ਜੇ ਬਿਹਤਰ ਹੈ। ਠੀਕ ਹੈ, ਇਹ ਲਗਾ ਦਿੱਤੀ ਇਹਦੇ 'ਚ ਮੁਕੰਮਲ ਇੱਕ ਹੀ ਪਲੇਟ ਮੈਂ। ਤੇ ਸੈਕਸ਼ਨ ਇਹਦੇ ਪਿਛਲੀ ਸਾਈਡ ਤੇ ਜਿਹੜੇ ਬੂਸਟਰ ਪਲੇਟ ਨੂੰ ਪੈਪ ਜਾਂਦੇ ਨੇ ਨਾ, ਉਹ ਇਸ ਸਾਈਡ ਤੇ ਨੇ। ਤੇ ਉਹਦਾ ਕੀ ਕੀਤਾ ਮੈਂ, ਯੂ ਬਣਾ ਕੇ ਬਾਈਪਾਸ ਕਰ ਦਿੱਤਾ ਹੈ। ਇਹ ਵਾਲਾ ਜਿਹੜਾ ਪਾਈਪ ਆ ਰਿਹਾ ਵੇ, ਇਹ ਥੱਲੇ ਦੋ, ਇਹ ਸੈਕਸ਼ਨ ਦਾ ਪਾਈਪ ਹੈ, ਇਹ ਨੀਚੇ ਦੋ ਬੂਸਟਰ ਪਲੇਟ ਦੇ ਪਾਈਪ ਨੇ। ਇਹਨਾਂ ਨੂੰ ਕੀ ਕੀਤਾ ਹੈ ਕਿ ਇੱਥੋਂ ਦੀ ਇਸ ਤਰ੍ਹਾਂ ਕਰਕੇ ਨਾ ਬਾਈਪਾਸ ਕਰ ਦਿੱਤਾ ਆਪੇ 'ਚ, ਤਾਂ ਕਿ ਜਿਹੜਾ ਬੂਸਟਰ ਪਲੇਟ ਵਾਲੇ ਸਾਈਡ ਦੇ ਕਨੈਕਸ਼ਨ ਜਾਣੇ ਨੇ ਗੈਸ ਦਾ, ਉਹ ਇੱਥੋਂ ਦੀ ਗੈਸ ਘੁੰਮ ਕੇ ਵਾਪਸ ਇਹਦੇ 'ਚ ਹੀ ਆ ਜਾਵੇ। ਉਹ ਇਹਦੇ ਨਾਲ ਡਬਲ ਕੂਲਿੰਗ ਬਣ ਜਾਏਗੀ, ਫਾਸਟ ਕੂਲਿੰਗ ਹੋਵੇਗੀ ਆ ਫ੍ਰੀਜ਼ਰ ਦੀ। ਠੀਕ ਹੈ, ਇਹ ਦੇਖ ਸਕਦੇ ਹੋ ਕਾਫੀ ਅੱਛੀ ਤਰ੍ਹਾਂ ਹਮ ਆਸਾਨਾ ਇਹਨੂੰ ਜਿਹੜੀ ਇਹ ਫਿਟਿੰਗ ਕੀਤੀ ਹੈ। ਸੈਕਸ਼ਨ ਦਾ ਪਾਈਪ ਇੱਥੋਂ ਦੀ ਆ ਟਰਨ ਕਰਕੇ ਬਾਹਰ ਲਿਆਂਦਾ ਇਹ ਸਾਈਡ ਤੇ, ਤੁਹਾਨੂੰ ਮੈਂ ਦਿਖਾਣਾ। ਦੂਸਰੇ ਨੰਬਰ ਤੇ ਉਹ ਸਾਹਮਣੇ ਦੇਖਦੇ ਹੋ ਵੀ ਇਹ ਵਾਲਾ ਬਾਡੀ ਦੇ ਵਿੱਚੋਂ ਅਸਾਂ ਪਾਈਪ ਬਾਹਰ ਕੱਢਿਆ ਹੈ ਇਸ ਜਗ੍ਹਾ ਤੋਂ। ਅੱਛਾ ਜੀ, ਇਹ ਦੇਖੋ, ਇਹ ਪਾਈਪ ਇਹਦਾ ਨਾ ਸੈਕਸ਼ਨ ਦਾ ਪਾਈਪ ਇੱਥੋਂ ਦੀ ਇਹ ਨਿਕਲ ਕੇ ਆ ਗਿਆ। ਠੀਕ ਹੈ, ਇਹਦੇ ਤੇ ਹੁਣ ਅਸੀਂ ਚਾੜਨੇ ਆ ਉਹ ਉੱਥੋਂ ਲੈ ਕੇ ਇੱਥੋਂ ਤੱਕ ਇਨਸੂਲੇਸ਼ਨ ਲਗਾ ਕੇ ਤੇ ਇੱਥੋਂ ਕੰਪਰੈਸਰ ਦੇ ਨਾਲ ਜੁਆਇੰਟ ਕਰਨੇ ਆ ਤੇ ਡਿਸਚਾਰਜ ਵੀ ਜੁਆਇੰਟ ਕਰਕੇ ਇਹਨੂੰ ਅਸੀਂ ਚਲਾ ਕੇ ਤੇ ਤੁਹਾਨੂੰ ਇਹਦੀ ਕੂਲਿੰਗ ਚੈੱਕ ਕਰਵਾਉਂਦੇ ਆ। ਹਾਂਜੀ, ਅਲਹਮਦੁਲਿਲਾ ਅਸਾਂ ਫ੍ਰੀਜ਼ਰ ਚਲਾ ਦਿੱਤਾ ਵੇ ਤੇ ਪ੍ਰੈਸ਼ਰ ਦੇਖੋ, ਸੂਈ ਵੈਕਮਲ ਜਾ ਰਹੀ ਹੈ। ਇਹਦੇ ਥੋੜਾ ਜਿਹਾ ਗੈਸ ਦੀ ਕਮੀ ਹੈ, ਗੈਸ ਘੱਟ ਹੈ, ਲੇਕਿਨ ਇਹਦੇ ਉੱਤੇ ਜਿੰਨਾ weight ਲਿਖਿਆ ਸੀ ਬਾਈ weight ਕਰਕੇ ਅਸਾਂ ਇਹਦੇ 'ਚ ਗੈਸ ਚਾਰਜ ਕੀਤੀ ਹੈ। ਤੇ ਲੇਕਿਨ ਪਲੇਟ ਲਗਾਉਣ ਦੇ ਨਾਲ ਨਾ ਲੱਗਦਾ ਪਿਆ ਕਿ ਗੈਸ ਦਾ ਥੋੜਾ ਜਿਹਾ ਇਸ਼ੂ ਮਸਲਾ ਆ ਰਿਹਾ ਹੈ। ਕੂਲਿੰਗ ਇਹਦੀ ਇਹ ਸਟਾਰਟ ਹੋਈ ਹੈ ਤੇ ਬਾਕੀ ਜਿਸ ਟਾਈਮ ਮੁਕੰਮਲ ਸਾਰੀ ਕੂਲਿੰਗ ਕਰੇਗਾ ਉਸ ਤੋਂ ਬਾਅਦ ਤੁਹਾਨੂੰ ਮੈਂ ਇਹਦਾ ਰਿਜ਼ਲਟ ਦਿਖਾਵਾਂਗਾ ਕਿੰਨਾ ਕੁ ਜ਼ਬਰਦਸਤ ਕੂਲਿੰਗ ਕਰਦਾ ਹੈ। ਅੱਛਾ ਤਾਂ ਗਾਇਜ਼, ਇਹ ਵਾਲਾ ਫ੍ਰੀਜ਼ਰ ਹੈ ਤੇ ਇਹਦੀ ਹੁਣ ਅਸੀਂ ਕੂਲਿੰਗ ਚੈੱਕ ਕਰਨੇ ਆ। ਇਹਦੀ ਕੂਲਿੰਗ ਕੀ ਹੈ, ਇਹਦੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਅੰਪੇਅਰ ਦੇ ਚੈੱਕ ਕਰਵਾਉਣਾ ਵਾ। ਇਹਦੇ ਅੰਪੇਅਰ ਕਿੰਨੇ ਨੇ? 0.8। ਠੀਕ ਹੈ, ਇਹਦੇ ਅੰਪੇਅਰ ਨੇ। ਸੈਕਸ਼ਨ ਨਾਰਮਲੀ ਜੀ। ਠੀਕ ਹੈ, ਇਹਦੀ ਹੁਣ ਅਸੀਂ ਕੂਲਿੰਗ ਚੈੱਕ ਕਰਦੇ ਹਾਂ, ਕੂਲਿੰਗ ਕਿਸ ਤਰ੍ਹਾਂ ਦੀ। ਇਹ ਚੀਜ਼ ਨੂੰ ਦੇਖ ਕੇ ਤੁਹਾਨੂੰ ਮਾਸ਼ਾਅੱਲਾ ਅੰਦਾਜ਼ਾ ਤੇ ਹੋ ਗਿਆ ਹੋਣਾ ਹੈ ਕਿ ਕਿੱਡੀ ਕੁ ਜ਼ਬਰਦਸਤ ਇਸ ਫ੍ਰੀਜ਼ਰ ਨੇ ਕੂਲਿੰਗ ਕੀਤੀ ਹੈ। ਹਰ ਸਾਈਡ ਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਫਰਾਸਟ ਆਈ ਹੈ। ਇਹ ਦੇਖੋ ਤੁਹਾਡੇ ਸਾਹਮਣੇ में हर चीज़। तो जिस तरह कि यह देख सकते हो अल्हम्दुलिल्लाह बहुत ही ज़बरदस्त। यह तकरीबन कह लो कि 5 ਤੋਂ 4 घंटे गैस फिलिंग ਕਰਨ ਦੇ ਲੱਗ ਗਏ ਨੇ। ਉਹ ਕਿਉਂ ਕਿ R600 ਕੰਪਰੈਸਰ ਹੈ। R600 ਦੇ ਵਿੱਚ ਅਗਰ ਬਾਈ ਵੇਟ ਕਰਕੇ ਲਗਾ ਦਈਏ ਗੈਸ ਤੇ ਫਿਰ ਠੀਕ ਹੈ। ਅਗਰ ਮੈਂ ਬਾਈ ਵੇਟ ਕਰਕੇ ਜਿੰਨੀ ਇਹਦੇ ਤੇ ਗੈਸ ਲਿਖੀ ਸੀ ਮੈਂ ਉਨੀ ਗੈਸ ਚਾਰਜ ਕੀਤੀ ਹੈ, ਪਰ ਗੈਸ ਘੱਟ ਲੈ ਰਹੀ ਹੈ। ਗੈਸ ਇਹਦੇ 'ਚ ਜ਼ਿਆਦਾ ਜਾਣੀ ਸੀ ਕਿਉਂਕਿ ਇਹਦਾ ਫ੍ਰੀਜ਼ਰ ਹੁਣ ਦੂਸਰਾ ਲੱਗ ਗਿਆ ਤੇ ਉਹਦੀ ਵਜ੍ਹਾ ਨਾਲ ਗੈਸ ਇਹਦੇ 'ਚ ਜ਼ਿਆਦਾ ਪਈ ਹੈ। ਉਹ ਥੋੜੀ ਆਸਤਾ ਕਰਕੇ ਫਿਲਿੰਗ ਕਰਦੇ ਹਾਂ। ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਇਹਨੇ ਕੂਲਿੰਗ ਕੀਤੀ ਹੈ। ਜਿਸ ਤਰ੍ਹਾਂ अगर गाइस वीडियो ਤੁਹਾਨੂੰ ਚੰਗੀ ਲੱਗੀ ਹੈ, ਮੇਰੇ ਕੰਮ ਅਗਰ ਤੁਹਾਨੂੰ ਪਸੰਦ ਆਇਆ ਹੈ, ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।